So good morning students. So now next we have factors influencing investment. So ਕਿਹੜੇ ਫੈਕਟਰਸ ਨੇ ਜਿਹੜੇ ਇਨਵੈਸਟਮੈਂਟ ਨੂੰ ਇਨਫਲੂਐਂਸ ਕਰਦੇ ਆ। ਫਸਟ ਹੈ ਟੈਕਨੋਲੋਜੀਕਲ ਐਡਵਾਂਸਮੈਂਟ ਐਂਡ ਇਨੋਵੇਸ਼ਨ। ਜਦੋਂ ਕੰਟਰੀ ਦੇ ਵਿੱਚ ਟੈਕਨੋਲੋਜੀ ਵਧੂਗੀ, ਠੀਕ ਹੈ, ਲੇਬਰ ਸੇਵਿੰਗ ਟੈਕਨੀਕਸ ਹੋਣਗੀਆਂ, ਕੈਪੀਟਲ ਇੰਟੈਂਸਿਵ ਮਸ਼ੀਨਾਂ ਲੱਗਣਗੀਆਂ, ਤਾਂ ਜਿਹੜੀਆਂ ਇਹ ਇਨਵੈਂਸ਼ਨਸ ਨੇ ਇਹ ਬੈਨੀਫੀਸ਼ੀਅਲ ਹੁੰਦੀਆਂ ਨੇ ਇਨਵੈਸਟਮੈਂਟ ਨੂੰ ਵਧਾਉਣ ਦੇ ਵਿੱਚ। ਇਨੋਵੇਸ਼ਨਸ ਲਾਈਕ ਟੈਰੇਲਿਨ ਕਲੋਥ, ਸਕੂਟਰ, ਟੈਲੀਵਿਜ਼ਨ, ਰੈਫਰੀਜਰੇਟਰ, ਇਹਨਾਂ ਦੇ ਨਾਲ ਇਨਵੈਸਟਮੈਂਟ ਵੱਧਦੀ ਹੈ। ਸੈਕਿੰਡ ਹੈ ਨਵੇਂ ਨੈਚੁਰਲ ਰਿਸੋਰਸਿਸ ਆਉਣ, ਲਾਈਕ ਮਿਨਰਲ, ਪੈਟਰੋਲ ਦੇ ਨਵੇਂ ਰਿਸੋਰਸਿਸ ਆ ਜਾਣਗੇ, ਇਨਵੈਸਟਮੈਂਟ ਵਧੂਗੀ। ਇਨਵੈਸਟਰਸ ਹੋਰ ਜਿਹੜਾ ਪੈਸਾ ਹੈ ਉਹ ਇਹਨਾਂ ਸੋਰਸਿਸ ਦੀ ਐਕਸਪਲੋਰੇਸ਼ਨ ਦੇ ਉੱਤੇ ਲਾਉਣਗੇ। ਔਨ ਦੀ ਕੰਟਰੇਰੀ ਜੇ ਨੈਚੁਰਲ ਰਿਸੋਰਸਿਸ ਘੱਟ ਜਾਣ ਜਾਂ ਡਿਸਟਰੋਏ ਹੋ ਜਾਣ ਤਾਂ ਇਨਵੈਸਟਮੈਂਟ ਫਾਲ ਕਰ ਜੂਗੀ, ਠੀਕ ਹੈ। ਨੈਕਸਟ ਹੈ ਗਵਰਨਮੈਂਟ ਪੋਲਿਸੀ, ਸਰਕਾਰ ਦੀ ਪੋਲਿਸੀ ਕਿਹੋ ਜਿਹੀ ਹੈ। ਸਰਕਾਰ ਦੀਆਂ ਦੋ ਪੋਲਿਸੀਜ਼ ਹੁੰਦੀਆਂ ਨੇ ਬੇਟਾ, ਮੋਨੀਟਰੀ ਅਤੇ ਫਿਸਕਲ ਪੋਲਿਸੀ। ਜਿਹੜੀ ਸਰਕਾਰ ਦੀ ਮੋਨੀਟਰੀ ਪੋਲਿਸੀ ਹੈ ਉਹ ਪੋਲਿਸੀ ਕੀ ਹੈ ਕਿ ਮਨੀ ਦੀ ਸਪਲਾਈ ਕਿੰਨੀ ਹੋਣੀ ਚਾਹੀਦੀ ਹੈ, ਠੀਕ ਹੈ। ਫਿਸਕਲ ਪੋਲਿਸੀ ਸਰਕਾਰ ਦੇ ਰੈਵਨਿਊ ਅਤੇ ਐਕਸਪੈਂਡੀਚਰ ਦੀ ਪੋਲਿਸੀ, ਠੀਕ ਹੈ। ਤਾਂ ਇਨਵੈਸਟਮੈਂਟ ਵਧੂਗੀ ਜਦੋਂ ਸਰਕਾਰ ਚੀਪ ਮਨੀ ਪੋਲਿਸੀ ਲਗਾਊਗੀ ਅਤੇ ਕ੍ਰੈਡਿਟ ਵਧੂਗਾ। ਔਨ ਦੀ ਕੰਟਰੇਰੀ ਇਨਵੈਸਟਮੈਂਟ ਘਟੂਗੀ ਜਦੋਂ ਸਰਕਾਰ ਮਹਿੰਗੀ ਮਨੀ ਪੋਲਿਸੀ ਕਰੂਗੀ ਅਤੇ ਕ੍ਰੈਡਿਟ ਘਟੂਗਾ। ਇਨਵੈਸਟਮੈਂਟ ਸਰਕਾਰ ਦੇ ਟੈਕਸੇਸ਼ਨ ਐਕਸਪੈਂਡੀਚਰ ਨਾਲ ਵੀ ਵਧੂਗੀ, ਕਿਉਂਕਿ ਟੈਕਸਿਸ ਨੇ ਬਿਜ਼ਨਸ ਦੀਆਂ ਕੋਸਟ ਹੁੰਦੀਆਂ ਨੇ। ਜੋ ਟੈਕਸ ਲੱਗਦਾ ਬਿਜ਼ਨਸ ਦੀਆਂ ਜਿਹੜੀਆਂ ਕੋਸਟ ਨੇ ਉਹ ਵੱਧ ਜਾਂਦੀਆਂ ਨੇ। ਜੇ ਟੈਕਸ ਜ਼ਿਆਦਾ ਲੱਗਣਗੇ ਪ੍ਰੋਫਿਟ ਘੱਟ ਹੋਣਗੇ, ਲੋਕ ਘੱਟ ਇਨਵੈਸਟਮੈਂਟ ਕਰਨਗੇ। ਔਨ ਦੀ ਅਦਰ ਹੈਂਡ ਜੇ ਟੈਕਸਿਸ ਘੱਟ ਹੋਣਗੇ ਇਨਵੈਸਟਮੈਂਟ ਜ਼ਿਆਦਾ ਹੋਊਗੀ, ਗਵਰਨਮੈਂਟ ਨਵੇਂ ਪ੍ਰੋਜੈਕਟਸ ਲਾਊਗੀ, ਲਾਰਜ ਅਮਾਊਂਟ ਦੀ ਫੰਡਿੰਗ ਕਰੂਗੀ ਤਾਂ ਇਨਵੈਸਟਮੈਂਟ ਵਧੂਗੀ। ਫੋਰਨ ਟ੍ਰੇਡ, ਜੇ ਫੋਰਨ ਟ੍ਰੇਡ ਵਧੂਗੀ ਇਨਵੈਸਟਮੈਂਟ ਵਧੂਗੀ। ਔਨ ਦੀ ਕੰਟਰੇਰੀ ਫੋਰਨ ਟ੍ਰੇਡ ਘਟੂਗੀ, ਇਨਵੈਸਟਮੈਂਟ ਘਟੂਗੀ। ਪੋਲੀਟੀਕਲ ਇਨਵਾਇਰਮੈਂਟ ਜੇ ਪੀਸਫੁਲ ਹੋਊਗਾ, ਸਟੇਬਲ ਹੋਊਗਾ ਤਾਂ ਫੇਵਰੇਬਲ ਇਨਵੈਸਟਮੈਂਟ ਹੋਊ। ਜੇ ਡਿਸਟਰਬੈਂਸਸ ਹੋਣਗੀਆਂ, ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖਰਾਬ ਹੋਊਗੀ, ਬਾਹਰਲੀਆਂ ਕੰਟਰੀਜ਼ ਦਾ ਤੁਹਾਡੇ ਉੱਤੇ ਜਿਹੜਾ ਹੈ ਤੁਹਾਡੇ ਉੱਤੇ ਆ ਕੇ ਹਮਲਾ ਕਰਨ ਦੇ ਚਾਂਸਿਸ ਜ਼ਿਆਦਾ ਹੋਣਗੇ ਤਾਂ ਇਨਵੈਸਟਮੈਂਟ ਘਟੂਗੀ। ਐਕਸਪੈਕਟੇਸ਼ਨ, ਜੇ ਇਸ ਬਿਜ਼ਨਸ ਐਕਸਪੈਕਟਡ ਪ੍ਰੋਫਿਟ 'ਤੇ ਬਹੁਤ ਡਿਪੈਂਡ ਕਰਦੀ ਹੈ। ਕੈਪੀਟਲ ਗੁਡਸ ਡਿਊਰੇਬਲ ਹੁੰਦੀਆਂ ਨੇ, ਇਹਦੀ ਐਕਸਪੈਕਟੇਸ਼ਨ ਹੈ ਜਿਹੜੀ ਉਹ ਕੋਈ ਕਿਸੇ ਵੀ ਇਨਵੈਸਟਮੈਂਟ ਦੀ ਉਹਦੀ ਸੇਲਸ 'ਤੇ ਡਿਪੈਂਡ ਕਰਦੀ ਹੈ। ਜੇ ਬਿਜ਼ਨਸ ਕੰਡੀਸ਼ਨਸ ਗੁੱਡ ਨੇ ਤਾਂ ਬਿਜ਼ਨਸ ਕਮਿਊਨਿਟੀ ਆਪਟੀਮਿਸਟਿਕ ਹੋਊਗੀ ਤਾਂ ਇਨਵੈਸਟ ਕਰੂਗੀ ਜ਼ਿਆਦਾ। ਪਰ ਜੇ ਡਿਪਰੈਸ਼ਨ ਦਾ ਟਾਈਮ ਪੀਰੀਅਡ ਚੱਲ ਰਿਹਾ ਹੈ ਪੈਸੀਮਿਸਟਿਕ ਹੋ ਜੂਗੀ ਅਤੇ ਇਨਵੈਸਟਮੈਂਟ ਘਟਾ ਦੂਗੀ। ਜੇ ਪਾਪੂਲੇਸ਼ਨ ਕੰਟਰੀ 'ਚ ਜ਼ਿਆਦਾ ਰੇਟ 'ਤੇ ਗਰੋ ਕਰੂਗੀ, ਨਵੇਂ ਘਰਾਂ ਦੀ, ਨਵੇਂ ਸਕੂਲਾਂ ਦੀ, ਪਬਲਿਕ ਸਰਵਿਸਿਜ਼, ਰੋਡਸ, ਮੋਟਰ ਵਹੀਕਲ ਦੀ ਜ਼ਰੂਰਤ ਪਊਗੀ, ਮੋਰ ਇਨਵੈਸਟਮੈਂਟ ਹੋਊਗੀ, ਅਦਰਵਾਈਜ਼ ਘੱਟ ਇਨਵੈਸਟਮੈਂਟ ਹੋਊਗੀ। ਟੈਰੀਟਰੀਜ਼, ਜੇ ਨਵੀਆਂ ਟੈਰੀਟਰੀਜ਼ ਓਪਨ ਅਪ ਕਰਨ, ਨਵੇਂ ਜਿਹੜੇ ਏਰੀਆਜ਼ ਨੇ ਖੋਲ੍ਹਣ, ਮੋਰ ਪ੍ਰਾਈਵੇਟ ਅਤੇ ਪਬਲਿਕ ਇਨਵੈਸਟਮੈਂਟ ਹੋਊਗੀ, ਮੀਨਸ ਮੋਰ ਇਨਵੈਸਟਮੈਂਟ ਹੋਊਗੀ। ਪ੍ਰਾਈਸ ਲੈਵਲ, ਇਨਵੈਸਟਮੈਂਟ ਪ੍ਰਾਈਸਿਸ ਦੇ ਉੱਤੇ ਵੀ ਇਫੈਕਟ ਕਰਦੀ ਹੈ। ਜੇ ਪ੍ਰਾਈਸ ਲੈਵਲ ਇਨਕਰੀਜ਼ ਹੋਣਗੇ ਮਤਲਬ ਪ੍ਰੋਫਿਟਸ ਇਨਕਰੀਜ਼ ਹੋਣਗੇ, ਮਤਲਬ ਮੋਰ ਇਨਵੈਸਟਮੈਂਟ। ਜੇ ਪ੍ਰਾਈਸ ਲੈਵਲ ਫਾਲ ਕਰਨਗੇ ਇਟ ਮੀਨਸ ਪ੍ਰਾਈਸਿਸ ਫਾਲ ਕਰਨਗੇ, ਪ੍ਰੋਫਿਟ ਫਾਲ ਕਰੂ, ਮੀਨਸ ਇਨਵੈਸਟਮੈਂਟ ਫਾਲ ਕਰੂਗੀ। ਮਾਰਕੀਟ ਸਟਰਕਚਰ ਮੀਨਸ ਨੇਚਰ ਆਫ ਕੰਪੀਟੀਸ਼ਨ ਕਿਹੋ ਜਿਹਾ ਹੈ। ਜੇ ਕਾਫੀ ਸਾਰੇ ਪ੍ਰੋਡਿਊਸਰ ਇੱਕੋ ਹੀ ਚੀਜ਼ ਨੂੰ ਬਣਾਉਣ ਵਾਲੇ ਮਾਰਕੀਟ ਦੇ ਵਿੱਚ ਕੰਪੀਟ ਕਰ ਰਹੇ ਨੇ ਤਾਂ ਉੱਥੇ ਪ੍ਰਾਈਸਿਸ ਘਟਣਗੇ, ਜਿਹਦੇ ਨਾਲ ਇਨਵੈਸਟਮੈਂਟ ਘਟੂਗੀ। ਫਿਨਾਂਸ ਦੋ ਤਰੀਕੇ ਦਾ ਹੁੰਦਾ ਹੈ, ਅੰਦਰੂਨੀ ਅਤੇ ਬਾਹਰੀ ਸੋਰਸ। ਅੰਦਰੂਨੀ ਆਪਦੇ ਹੀ ਫੰਡਸ ਚੋਂ ਜਿਹੜਾ ਹੈ ਸਾਰਨਾ ਜਾਂ ਅਨਡਿਸਟਰੀਬਿਊਟਡ ਪ੍ਰੋਫਿਟਸ ਨੇ ਉਹਨਾਂ ਨੂੰ ਲਗਾਉਣਾ, ਠੀਕ ਹੈ। ਜੇ ਇੰਟਰਨਲ ਸੋਰਸਿਸ ਅਵੇਲੇਬਲ ਬਹੁਤ ਨੇ, ਠੀਕ ਹੈ, ਤਾਂ ਫੇਵਰੇਬਲ ਇਫੈਕਟ ਹੋਊਗਾ। ਜੇ ਐਕਸਟਰਨਲ ਫਿਨਾਂਸ ਲੈਣਾ ਪਊਗਾ ਤਾਂ ਵੀ ਈਵਨ ਦੈਨ ਫਿਰ ਵੀ ਇਨਵੈਸਟਮੈਂਟ ਵਧੇ। ਐਕਸਟਰਨਲ ਹੁੰਦਾ ਹੈ ਸਾਨੂੰ ਆਪਦੇ ਸੋਰਸਿਸ ਤੋਂ ਇਲਾਵਾ ਸਰਕਾਰ ਤੋਂ ਕਿਸੇ ਵੀ ਤਰੀਕੇ ਦੇ ਨਾਲ ਪੈਸਾ ਉਧਾਰ ਮਿਲਦਾ ਹੈ ਜਦੋਂ। ਫਿਰ ਕੰਡੀਸ਼ਨਸ, ਲੇਬਰ ਮਾਰਕੀਟ ਵਿੱਚ ਕੰਡੀਸ਼ਨਸ ਕਿਹੋ ਜਿਹੀਆਂ ਚੱਲ ਰਹੀਆਂ ਨੇ। ਜੇ ਸਾਡੇ ਕੋਲ ਟ੍ਰੇਨਡ ਅਤੇ ਸਕਿਲਡ ਲੇਬਰਰਸ ਅਵੇਲੇਬਲ ਨੇ ਇਨਵੈਸਟਮੈਂਟ ਫੇਵਰੇਬਲ ਹੋਊਗੀ। ਜੇ ਰਿਲੇਸ਼ਨਸ਼ਿਪ ਕੋਰਡੀਅਲ ਨਹੀਂ ਹੈਗੇ ਲੇਬਰ ਅਤੇ ਇੰਪਲੋਇਰ ਦੇ ਵਿੱਚ, ਸਟ੍ਰਾਈਕਸ ਹੋ ਰਹੀਆਂ, ਲੌਕਆਊਟ ਹੋ ਰਹੇ ਨੇ ਤਾਂ ਇਨਵੈਸਟਮੈਂਟ ਘਟੂਗੀ ਸਾਡੀ। ਪ੍ਰੈਜ਼ੈਂਟ ਸਟਾਕ ਆਫ ਕੈਪੀਟਲ ਗੁੱਡ, ਜੇ ਮੇਰੇ ਕੋਲ ਪਹਿਲਾਂ ਹੀ ਕਾਫੀ ਗੁੱਡਸ ਪਈਆਂ ਨੇ, ਠੀਕ ਹੈ, ਮਤਲਬ ਵਿਕੀਆਂ ਨਹੀਂ ਪਈਆਂ ਨੇ, ਫਿਰ ਮੈਂ ਘੱਟ ਇਨਵੈਸਟਮੈਂਟ ਕਰੂੰਗੀ। ਜੇ ਮੇਰੇ ਕੋਲ ਐਗਜ਼ਿਸਟਿੰਗ ਸਟਾਕ ਆਫ ਕੈਪੀਟਲ ਇਨਸਫੀਸ਼ੀਐਂਟ ਹੈ ਤਾਂ ਇਨਵੈਸਟਮੈਂਟ ਜ਼ਿਆਦਾ ਹੋਊਗੀ। ਐਗਰੀਗੇਟ ਡਿਮਾਂਡ ਜੇ ਵਧੂਗੀ ਤਾਂ ਇਨਵੈਸਟਮੈਂਟ ਵੀ ਵਧੂਗੀ, ਨਹੀਂ ਤਾਂ ਨਹੀਂ ਵਧੂਗੀ। ਫੈਕਟਰਸ ਇਨਫਲੂਐਂਸਿੰਗ ਇਨਵੈਸਟਮੈਂਟ ਇਨ ਪਬਲਿਕ ਸੈਕਟਰ ਹੁੰਦਾ ਸਰਕਾਰੀ ਗਵਰਨਮੈਂਟ। ਸਰਕਾਰੀ ਸੈਕਟਰ ਵਿੱਚ ਇਨਵੈਸਟਮੈਂਟ ਕਿਉਂ ਹੁੰਦੀ ਹੈ? ਜਦੋਂ ਅਸੀਂ ਡਿਫੈਂਸ ਵਧਾਉਣਾ ਕੰਟਰੀ ਦਾ, ਇਕਨੋਮਿਕ ਡਿਵੈਲਪਮੈਂਟ ਕਰਨੀ ਹੈ ਜਾਂ ਸੋਸ਼ਲ ਵੈਲਫੇਅਰ ਕਰਨਾ ਹੈ।
ਇਹ ਸਾਰੇ ਸੈਕਟਰਸ ਨੇ ਜਿਹੜੇ ਇਹ ਇਨਕਮ ਜਾਂ ਪ੍ਰੋਫਿਟ ਵਾਸਤੇ ਨਹੀਂ ਹੁੰਦੇ। ਇਨਵੈਸਟਮੈਂਟ ਉਦੋਂ ਕੀਤੀ ਜਾਂਦੀ ਹੈ ਜਦੋਂ ਸਾਨੂੰ ਕੰਟਰੀ ਦਾ ਡਿਫੈਂਸ ਜ਼ਰੂਰੀ ਹੈ, ਵੈਲਫੇਅਰ ਜ਼ਰੂਰੀ ਹੈ, ਚਾਹੇ ਉਹ ਤੋਂ ਪ੍ਰੋਫਿਟ ਹੋਵੇ ਨਾ ਹੋਵੇ। ਜਦੋਂ ਪ੍ਰਾਈਵੇਟ ਇਨਵੈਸਟਮੈਂਟ ਨਹੀਂ ਹੋ ਰਹੀ ਉਦੋਂ ਪੰਪ ਪ੍ਰਾਈਮਿੰਗ, ਬਹੁਤ ਇੰਪੋਰਟੈਂਟ ਸ਼ਾਰਟ ਨੋਟ ਹੈ, ਪੰਪ ਪ੍ਰਾਈਮਿੰਗ ਚਾਹੀਦੀ ਹੈ। ਪੰਪ ਪ੍ਰਾਈਮਿੰਗ ਦਾ ਮਤਲਬ ਹੈ ਪੰਪ ਕੀ ਕਰਨਾ ਹੁੰਦਾ, ਪੰਪ ਕਰਨਾ, ਕਿਸੇ ਨੂੰ ਇਨੀਸ਼ੀਏਟ ਕਰਨਾ। ਮੰਨ ਲਓ ਸਿਚੁਏਸ਼ਨ ਡਿਪਰੈਸ਼ਨ ਦੀ ਚੱਲ ਰਹੀ ਹੈ, ਮੈਂ ਕਹਾਂ ਵੀ ਮੈਂ ਕਿਉਂ ਇਨਵੈਸਟ ਕਰਾਂ, ਦੂਜਾ ਬੰਦਾ ਕਹੇ ਮੈਂ ਕਿਉਂ ਕਰਾਂ, ਤੀਜਾ ਕਹੇ ਮੈਂ ਕਿਉਂ ਕਹਾਂ, ਇਨਵੈਸਟਮੈਂਟ ਨਹੀਂ ਹੋ ਰਹੀ। ਸਰਕਾਰ ਕੀ ਕਰਦੀ ਹੈ ਇਸ ਟਾਈਮ ਦੇ ਉੱਤੇ, ਜਿੱਥੇ ਜਿੱਥੇ ਇਨਵੈਸਟਮੈਂਟ ਦੀ ਜ਼ਰੂਰਤ ਹੈ ਉੱਥੇ ਸਰਕਾਰ ਆਪ ਅੱਗੇ ਆਉਂਦੀ ਹੈ। ਕਾਲਸ ਫॉर ਪਬਲਿਕ ਇਨਵੈਸਟਮੈਂਟ, ਸਰਕਾਰ ਅੱਗੇ ਆਊਗੀ। ਦੇਖੋ ਪ੍ਰੋਫਿਟ ਤਾਂ ਹੋਊਗਾ ਹੀ, ਉੱਥੇ ਥੋੜਾ ਰਿਸਕ ਜ਼ਿਆਦਾ ਹੋਊਗਾ ਪਰ ਪ੍ਰੋਫਿਟ ਤਾਂ ਹੋਊਗਾ, ਕਿਉਂਕਿ ਜਿੱਥੇ ਜਦੋਂ ਡਿਪਰੈਸ਼ਨ ਹੈ, ਜਦੋਂ ਅਸੀਂ ਉਦੋਂ ਕਿਸੇ ਚੀਜ਼ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੀਏ, ਉਦੋਂ ਇਨਵੈਸਟਮੈਂਟ ਕਰੀਏ, ਪ੍ਰੋਫਿਟ ਤਾਂ ਹੋਊਗਾ ਪਰ ਥੋੜੇ ਰਿਸਕ ਜ਼ਿਆਦਾ ਹੋਣਗੇ। ਇਸ ਕਰਕੇ ਪ੍ਰਾਈਵੇਟ ਲੋਕ ਆਉਣਾ ਨਹੀਂ ਚਾਹੁੰਦੇ, ਸਰਕਾਰ ਆ ਜਾਂਦੀ ਹੈ। ਜਦ ਸਰਕਾਰ ਆਊਗੀ, ਸਰਕਾਰ ਨੂੰ ਦੇਖ ਕੇ ਜਦੋਂ ਪ੍ਰੋਫਿਟਸ ਨੂੰ ਦੇਖਦੇ ਨੇ ਤਾਂ ਫਿਰ ਪ੍ਰਾਈਵੇਟ ਇੰਡੀਵਿਜੂਅਲਸ ਵੀ ਉੱਥੇ ਆਉਂਦੇ ਨੇ ਅਤੇ ਇਨਵੈਸਟਮੈਂਟ ਕਰਦੇ ਨੇ। ਸੋ ਜਦੋਂ ਡਿਪਰੈਸ਼ਨ ਹੋਊਗਾ, ਪੰਪ ਪ੍ਰਾਈਮਿੰਗ ਦੀ ਟੈਕਨੀਕ ਸਰਕਾਰ ਅਡਾਪਟ ਕਰੂਗੀ ਅਤੇ ਪਬਲਿਕ ਇਨਵੈਸਟਮੈਂਟ ਕਰਕੇ ਪ੍ਰਾਈਵੇਟ ਇਨੀਸ਼ੀਏਟਿਵਸ ਨੂੰ ਇਨੀਸ਼ੀਏਟ ਕਰੂਗੀ ਟੂ ਕਮ ਫॉर ਦ ਇਨਵੈਸਟਮੈਂਟ। ਨੈਕਸਟ ਆ ਪ੍ਰਾਈਵੇਟ ਇਨਵੈਸਟਮੈਂਟ ਕਿਵੇਂ ਵਧਾ ਸਕਦੇ ਹਾਂ ਆਪਾਂ। ਸਾਨੂੰ, ਮੇਰੇ ਵਾਸਤੇ, ਮੈਂ ਪ੍ਰਾਈਵੇਟ ਇਨੀਸ਼ੀਏਟਿਵ ਹਾਂ, ਰੇਟ ਆਫ ਇੰਟਰਸਟ ਘਟਾ ਦਿਓ, ਮੈਨੂੰ ਸਸਤੇ ਰੇਟ ਦੇ ਉੱਤੇ ਜਿਹੜਾ ਕ੍ਰੈਡਿਟ ਹੈ ਉਹ ਮਿਲ ਜੇ, ਮੇਰੇ ਲਈ ਆਪਣੇ ਆਪ ਆਸਾਨ ਹੋ ਜਾਊਗਾ। ਪੜ੍ਹਨਾ ਤੁਸੀਂ ਆਪ ਹੈ ਇਹਨੂੰ, ਠੀਕ ਹੈ। ਆਹੀ ਦੱਸਿਆ ਹੋਇਆ, ਦੇਖੋ ਰੇਟ ਆਫ ਇੰਟਰਸਟ ਤੇ ਐਮਈਸੀ ਨੂੰ ਕੰਪੇਅਰ ਕੀਤਾ ਹੋਇਆ ਹੈ। ਫਿਰ ਆ ਡਿਡਕਸ਼ਨ ਇਨ ਟੈਕਸਿਸ, ਮੇਰੇ ਉੱਤੇ ਟੈਕਸ ਘੱਟ ਕਰ ਦਿਓ, ਟੈਕਸ ਘਟਾਉਣਗੇ ਮੇਰੇ ਉੱਤੇ, ਮੇਰਾ ਬਿਜ਼ਨਸ ਦਾ ਪ੍ਰੋਫਿਟ ਵਧੂਗਾ, ਮੈਂ ਬਿਜ਼ਨਸ 'ਚ ਪੈਸਾ ਲਗਾਉਂਗੀ, ਠੀਕ ਹੈ। ਪਾਲਿਸੀ ਆਫ ਵੇਜ ਕੱਟ, ਵੇਜ ਕੱਟ ਦੀ ਪਾਲਿਸੀ, ਵੇਜ ਕੱਟ ਦੀ ਪਾਲਿਸੀ ਥੋੜ੍ਹੀ ਜਿਹੀ ਨਾ ਕਨਫਿਊਜ਼ਿੰਗ ਪਾਲਿਸੀ ਹੁੰਦੀ ਹੈ। ਦੇਖੋ ਇੱਕ ਪਾਸੇ ਅਸੀਂ ਕਹਿੰਦੇ ਅਸੀਂ ਜਿਹੜੇ ਵਰਕਰਸ ਨੇ ਉਹਨਾਂ ਦੀਆਂ ਵੇਜਿਸ ਘਟਾ ਦਿੰਦੇ ਹਾਂ। ਹੁਣ ਜਦੋਂ ਉਹਨਾਂ ਦੀ ਵੇਜਿਸ ਘਟਣਗੀਆਂ, ਨੋ ਡਾਊਟ ਮੇਰੀ ਕਾਸਟ ਆਫ ਪ੍ਰੋਡਕਸ਼ਨ ਘੱਟ ਜੂਗੀ, ਪਰ ਉਹ ਜਿਹੜੇ ਵਰਕਰਸ ਨੇ ਉਹਨਾਂ ਦੇ ਹੱਥਾਂ 'ਚ ਪੈਸਾ ਨਹੀਂ ਹੋਊਗਾ, ਉਹ ਬਾਜ਼ਾਰ 'ਚ ਨਹੀਂ ਜਾਣਗੇ, ਬਾਜ਼ਾਰ 'ਚ ਨਹੀਂ ਜਾਣਗੇ, ਇਫੈਕਟਿਵ ਡਿਮਾਂਡ ਘਟੂਗੀ, ਇਫੈਕਟਿਵ ਡਿਮਾਂਡ ਘਟੂਗੀ ਮਤਲਬ ਮੈਨੂੰ ਪ੍ਰੋਡਕਸ਼ਨ ਹੋਰ ਘਟਾਉਣੀ ਪਊ, ਹੋਰ ਵਰਕਰਸ ਨੂੰ ਕੱਢਣਾ ਪਊਗਾ। ਸੋ ਜਦੋਂ ਅਸੀਂ ਰੀਅਲ ਵੇਜ ਘਟਾਉਂਦੇ ਹਾਂ, ਪ੍ਰਾਈਸ ਲੈਵਲ ਨੂੰ ਵਧਾਉਣਾ ਪਊਗਾ, ਨਹੀਂ ਤਾਂ ਇਨਵੈਸਟਮੈਂਟ ਦੇ ਨਾਲ ਜਿਹੜਾ ਹੈ ਅਸੀਂ ਕੋਪ ਅਪ ਨਹੀਂ ਕਰ ਸਕਾਂਗੇ। ਸਰਕਾਰ ਦਾ ਖਰਚਾ ਵਧਾਓ, ਮਤਲਬ ਸਰਕਾਰ ਅੱਗੇ ਆ ਕੇ ਹੈਲਪ ਕਰੇ ਤਾਂ ਪ੍ਰਾਈਵੇਟ ਇਨੀਸ਼ੀਏਟਿਵਸ ਨੇ ਜਿਹੜੇ ਉਹ ਉਹਨਾਂ ਦੀ ਹੈਲਪ ਹੋਊਗੀ। ਪ੍ਰਾਈਸ ਸਪੋਰਟ ਪਾਲਿਸੀ, ਉਹੀ ਜਿਹੜੇ ਜਦੋਂ ਬਹੁਤ ਜ਼ਿਆਦਾ ਫਲਕਚੁਏਸ਼ਨਸ ਪ੍ਰਾਈਸਿਸ ਵਿੱਚ ਹੁੰਦੀਆਂ, ਐਡਵਰਸ ਇਫੈਕਟ ਆਉਂਦਾ ਹੈ। ਪ੍ਰਾਈਸਿਸ ਨੂੰ ਸਟੈਬਲਾਈਜ਼ ਕਰੋ, ਸਰਕਾਰ ਇਹੋ ਜਿਹੀ ਪਾਲਿਸੀ ਬਣਾਏ ਜਿਵੇਂ ਪ੍ਰਾਈਸ ਸਪੋਰਟ ਪਾਲਿਸੀ, ਜਿਵੇਂ ਆਪਾਂ ਹੁਣ ਕਿਸਾਨਾਂ ਦੀ ਮਿਨੀਮਮ ਸਪੋਰਟ ਪ੍ਰਾਈਸ ਕਹਿੰਦੇ ਆ ਵੀ ਘੱਟੋ ਘੱਟ ਇੰਨਾ ਹੀ ਪ੍ਰਾਈਸ ਹੋਊਗਾ। ਕੁਛ ਐਸੈਂਸ਼ੀਅਲ ਗੁੱਡ ਸਰਕਾਰ ਹੀ ਖਰੀਦੇ ਅਤੇ ਸਰਕਾਰ ਹੀ ਵੇਚੇ, ਇਕਲਿਬਰੀਅਮ ਰਹੂਗਾ, ਪ੍ਰਾਈਸਿਸ ਕੰਟਰੋਲਡ ਰਹਿਣਗੇ, ਠੀਕ ਹੈ। ਤਾਂ ਉੱਥੇ ਫਿਰ ਜਿਹੜਾ ਹੈ ਤੁਸੀਂ ਇਸ ਫੋਲਿੰਗ ਟਰੈਂਡ ਹੈ ਜਿਹੜਾ ਇਸ ਨੂੰ ਰੋਕ ਸਕਦੇ ਹੋ। ਐਬੋਲਿਸ਼ਨ ਆਫ ਮੋਨੋਪੋਲਿਸਟਿਕ ਟੈਂਡੈਂਸੀਜ਼, ਮੋਨੋਪੋਲਿਸਟਿਕ ਟੈਂਡੈਂਸੀਜ਼ ਖਤਮ ਕਰਨੀਆਂ ਨੇ। ਕੁਛ ਕੁ ਬਿਗ ਫਰਮਸ ਜਿਹੜੀਆਂ ਕੰਟਰੋਲ ਕਰਦੀਆਂ ਨੇ, ਉਸ ਚੀਜ਼ ਨੂੰ ਖਤਮ ਕਰਨਾ ਹੈ। ਰਿਸਰਚ ਲੈ ਕੇ ਆਓ, ਪੰਪ ਪ੍ਰਾਈਮਿੰਗ ਕਰਾ ਚੁੱਕੇ ਹਾਂ। ਜਿੱਥੇ ਪਬਲਿਕ ਇਨਵੈਸਟਮੈਂਟ ਨਹੀਂ ਹੋ ਰਹੀ, ਪ੍ਰਾਈਵੇਟ ਇਨਵੈਸਟਮੈਂਟ ਨਹੀਂ ਹੋ ਰਹੀ, ਪ੍ਰਾਈਵੇਟ ਇਨਵੈਸਟਮੈਂਟ ਨੂੰ ਸਟੀਮੂਲੇਟ ਕਰਨ ਵਾਸਤੇ ਸਰਕਾਰ ਅੱਗੇ ਆਵੇ, ਦੈਟ ਇਜ਼ ਕਾਲਡ ਦ ਪਾਲਿਸੀ ਆਫ ਪੰਪ ਪ੍ਰਾਈਮਿੰਗ, ਠੀਕ ਹੈ। ਇੰਪੋਰਟੈਂਸ ਆਫ ਇਨਵੈਸਟਮੈਂਟ ਫॉर ਦ ਸ਼ਾਰਟ ਨੋਟ ਤੁਸੀਂ ਪੜ੍ਹ ਸਕਦੇ ਹੋ। ਉਸ ਤੋਂ ਬਾਅਦ ਆ ਸ਼ਾਰਟ ਕੁਐਸਚਨਸ ਆ ਜਾਂਦੇ ਨੇ ਬੇਟਾ ਤੁਹਾਡੇ ਕੋਲ, ਠੀਕ ਹੈ। ਸਾਰੇ ਲੌਂਗ ਕੁਐਸਚਨ ਦੇਖੋ ਇੱਕੋ ਹੀ ਬਣਦਾ ਹੈ, ਵਟ ਡੂ ਯੂ ਮੀਨ ਬਾਈ ਇਨਵੈਸਟਮੈਂਟ, on what factors do investment decisions depend, ਜਾਂ ਫਿਰ factors which govern the investment to investment, ਠੀਕ ਹੈ। factors affecting investment decisions, ਤਾਂ ਜਦੋਂ ਤੁਸੀਂ ਲਿਖਣਾ ਹੈ ਕਿੱਦਾਂ ਲਿਖਣਾ ਹੈ ਰਾਜੇ, ਸਭ ਤੋਂ ਪਹਿਲਾਂ ਹਾਂ ਮੀਨਿੰਗ ਹੋ ਜਾਊਗਾ, ਠੀਕ ਹੈ। ਮੀਨਿੰਗ ਤੋਂ ਬਾਅਦ ਟਾਈਪਸ ਆਫ ਇਨਵੈਸਟਮੈਂਟ, ਥੋੜ੍ਹਾ ਥੋੜ੍ਹਾ ਫਿਨੈਂਸ਼ੀਅਲ ਕੀ ਹੁੰਦੀ ਹੈ ਇੱਕ ਲਾਈਨ ਦੇ ਵਿੱਚ, ਫਿਨੈਂਸ਼ੀਅਲ ਇਨਵੈਸਟਮੈਂਟ, ਰੀਅਲ ਇਨਵੈਸਟਮੈਂਟ, ਨੰਬਰ 2 ਤੇ 1-2, ਤੀਜੇ ਨੰਬਰ 'ਤੇ ਇੰਡਿਊਸਡ, ਚੌਥੇ 'ਤੇ ਅਟੋਨਮਸ, ਪੰਜਵਾਂ ਪ੍ਰਾਈਵੇਟ, ਛੇਵਾਂ ਪਬਲਿਕ, ਸੱਤਵਾਂ ਗ੍ਰੋਸ, 8ਵਾਂ ਨੈਟ ਇਨਵੈਸਟਮੈਂਟ, 9ਵਾਂ 10 ਇਨਵੈਸਟਮੈਂਟ। ਫਿਰ ਇੰਡਿਊਸਮੈਂਟ ਟੂ ਇਨਵੈਸਟਮੈਂਟ ਦੇ ਡਿਟਰਮੀਨੈਂਟਸ, ਐਮਈਸੀ, ਰੇਟ ਆਫ ਇੰਟਰਸਟ। ਇਹਨਾਂ ਨੂੰ ਸ਼ਾਰਟ ਐਕਸਪਲੇਨ ਕਰਕੇ ਜਿਵੇਂ ਮੈਂ ਤੁਹਾਨੂੰ ਡਾਇਗਰਾਮ ਆਹ ਵਾਲੀ ਕਰਵਾਈ ਸੀ, ਇਸ ਤਰ੍ਹਾਂ ਦੇ ਨਾਲ ਚਾਰਟ ਬਣਾ ਦੇਣਾ ਹੈ। ਉਸ ਤੋਂ ਬਾਅਦ ਐਕਚੁਅਲੀ ਤੁਹਾਡੇ ਕੋਲ ਸਟਾਰਟ ਹੋਊਗਾ ਕੁਐਸਚਨ, ਸੋਰਸਿਸ ਵਾਲਾ ਕਰਨ ਦੀ ਜ਼ਰੂਰਤ ਨਹੀਂ ਹੈ, ਇੱਥੋਂ ਆਨਸਰ ਤੁਹਾਡਾ ਹੈ ਜਿਹੜਾ ਇਹ ਸਟਾਰਟ ਹੋਊਗਾ, ਠੀਕ ਹੈ। ਇੱਥੇ ਤੱਕ ਤੁਸੀਂ ਆਨਸਰ ਦੇਣਾ ਹੈ। ਪਬਲਿਕ ਪ੍ਰਾਈਵੇਟ ਕੁਛ ਵੀ ਪੁੱਛ ਲੈ, ਆਨਸਰ ਵਿਲ ਰਿਮੇਨ ਦ
सेम आही आंसर देना है 15 पॉइंट्स का। ठीक है बेटा, सो ਇਹਦੇ ਨਾਲ ਤੁਹਾਡੇ ਕੋਲ ਸੈਕਿੰਡ ਚੈਪਟਰ ਹੈ ਜਿਹੜਾ ਉਹ ਖਤਮ ਹੋ ਜਾਂਦਾ ਹੈ ਤੁਹਾਡਾ ਇਨਵੈਸਟਮੈਂਟ ਫੰਕਸ਼ਨ ਦਾ। ਯੂਨਿਟ 1 ਦੇ ਵਿੱਚ ਤੁਹਾਡੇ ਕੋਲ 5 ਚੈਪਟਰਸ ਨੇ ਬੇਟਾ, ਇੰਟਰੋਡਕਸ਼ਨ ਟੂ ਮੈਕਰੋ ਇਕਨੋਮਿਕਸ, ਕੰਜ਼ੰਪਸ਼ਨ ਫੰਕਸ਼ਨ, ਇਨਵੈਸਟਮੈਂਟ ਫੰਕਸ਼ਨ, ਐਮਈਸੀ ਤੇ ਮਲਟੀਪਲਾਇਰ। ਇਹਨਾਂ ਦੋਨਾਂ ਵਿੱਚ ਮੈਂ ਤੁਹਾਨੂੰ ਕੋਈ ਇੱਕ ਚੈਪਟਰ ਕਰਵਾਉਂਗੀ, ਇੱਕ ਆਪਾਂ ਛੱਡਾਂਗੇ, ਫਿਰ ਆਪਾਂ ਸੈਕਸ਼ਨ ਬੀ ਦੇ ਉੱਤੇ ਚੱਲਾਂਗੇ। ਠੀਕ ਹੈ ਬੇਟਾ, ਸੋ ਟਿਲ ਦੈਨ ਗੁੱਡ ਬਾਏ ਬੇਟਾ। ਚੰਗੀ ਤਰ੍ਹਾਂ ਦੇ ਨਾਲ ਵੀਡੀਓਜ਼ ਨੂੰ ਸੁਣਿਆ ਕਰੋ, ਤੁਹਾਡੇ ਲਈ ਬਣਾਈਆਂ ਜਾਂਦੀਆਂ ਨੇ। जब तुम लोग नहीं सुनते या नहीं देखते तो बुरा लगता है टीचर नूं। सो चंगे तरीके दे नाल जिहड़ा है इसनूं पढ़िया ते सुनिया करो। सो टिल दैन गुड बाय बेटा, हैव अ नाइस टाइम।